ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ, ਜਿੱਦਾਂ ਕਿ ਆਪਾਂ ਵੀਡੀਓ ਦੇ ਨਾਲ ਜੁੜੇ ਹੋਏ ਹਾਂ, ਤੁਸੀਂ ਦੇਖ ਰਹੇ ਹੋ ਹੈਪੀ ਪੰਜਾਬ ਤੇ ਮੈਂ ਤੁਹਾਡਾ ਆਪਣਾ ਵੀਰਾ ਮੁਹੰਮਦ ਹੁਸੈਨ ਕਾਦਰੀ। ਤੇ ਅੱਜ ਅਸੀਂ ਮੌਜੂਦ ਹਾਂ 188 9L ਦੇ ਵਿੱਚ। ਇਹ ਹੜੱਪਾ ਸ਼ਹਿਰ ਦੇ ਨਾਲ ਬਿਲਕੁਲ ਪਿੰਡ ਆ ਜੀ। ਬੜੇ ਤਕੜੇ ਪਲੇਅਰ ਸਾਬਕਾ ਵੀ ਇੱਥੋਂ ਹੋਏ ਆ, ਹੁਣ ਵੀ ਨੌਜਵਾਨ ਜਿਹੜੇ ਨੇ ਬੜੇ ਤਕੜੇ ਨੇ, ਕਬੱਡੀ ਖੇਡਦੇ ਨੇ, ਮੇਰੇ ਨਾਲ ਪਿੱਛੇ ਖੜੇ ਨੇ। ਇਹਨਾਂ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ। ਉਸਤਾਦ ਤਾਹਿਰ ਅब्बास ਮਲਾਹ ਸਾਹਿਬ, ਕਿਉਂਕਿ ਇਹਨਾਂ ਨੇ ਕੌਡੀ ਬਹੁਤ ਅੱਛੀ ਵੇਖੀ, ਕੌਡੀ ਨੂੰ ਬੜਾ ਅੱਛਾ ਜੱਜ ਕੀਤਾ। ਉਸ ਤੋਂ ਬਾਅਦ ਸ਼ਾਹ ਸਾਹਿਬ ਨੇ ਟੀਮ ਜਿਹੜੀ ਇਹਨਾਂ ਦੇ ਸਪੁਰਦ ਕਰ ਦਿੱਤੀ ਤੇ ਅੱਜ ਇਹ ਜਿਹੜੀ 88 ਦੀ ਟੀਮ ਆ ਉਹਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਤੇ ਕਬੱਡੀ ਦੇ ਜਿਹੜਾ ਆ ਉਹ ਖੇਲ ਖੇਡਦੇ ਆ। ਆਓ ਉਸਤਾਦ ਤਾਹਿਰ अब्बास ਸਾਹਿਬ ਨਾਲ ਗੱਲਬਾਤ ਕਰਦੇ ਆ, ਉਹਨਾਂ ਨੂੰ ਪੁੱਛਦੇ ਆ ਕਿ ਕੌਡੀ ਵੇਖਣੀ ਤੇ ਹੋਰ ਗੱਲ ਆ, ਕੌਡੀ ਖੇਡਣੀ ਹੋਰ ਗੱਲ ਆ, ਤੇ ਇਹਨਾਂ ਨੇ ਕੌਡੀ ਦੀ ਟੀਮ ਨੂੰ ਕਿੱਦਾਂ ਇਕੱਠਾ ਕੀਤਾ। ਅੱਜ ਕੱਲ੍ਹ ਘਰ ਦੇ ਵਿੱਚ ਚਾਰ ਭਰਾ ਇਕੱਠੇ ਨਹੀਂ ਹੁੰਦੇ ਤੇ ਇਹਨਾਂ ਨੇ ਤਕਰੀਬਨ ਜਿਹੜੀ ਆਪਣੀ ਪੂਰੀ ਟੀਮ ਇਕੱਠੀ ਕੀਤੀ ਆ। ਉਹਨਾਂ ਨਾਲ ਗੱਲਬਾਤ ਕਰਦੇ। अस्सलाम वालेकुम जी। वालेकुम सलाम। ਉਸਤਾਦ ਜੀ ਕੀ ਹਾਲ ਆ? ਠੀਕ ਹੋ? ठीक है जी, अल्लाह का शुक्र ਉਸਤਾਦ ਜੀ ਕੁਛ ਦੱਸੋ ਆਪਣੀ ਜ਼ਿੰਦਗੀ ਦੇ ਬਾਰੇ 'ਚ, ਤੁਹਾਨੂੰ ਕਿੱਥੇ ਕੌਡੀ ਦਾ ਸ਼ੌਕ ਪਿਆ? ਚਲੋ ਖੇਡ ਨਹੀਂ ਸਕੇ ਲੇਕਿਨ ਤੁਸੀਂ ਕੌਡੀ ਨੂੰ ਛੱਡ ਨਹੀਂ ਸਕੇ, ਤੇ ਕੀ ਆਪਣੀ ਜਿਹੜੀ ਤੁਸੀਂ ਉਮੀਦ ਰੱਖਦੇ ਇਹਨਾਂ ਜਵਾਨਾਂ ਤੋਂ, ਇਹਨਾਂ ਨੌਜਵਾਨ ਪਲੇਅਰਾਂ ਤੋਂ ਜਿਹੜੇ ਮੁੰਡੇ ਤੁਸੀਂ ਨਾਲ ਇਕੱਠੇ ਜੁੜੇ ਨੇ? मेरी जी ज़िंदगी का जो पहला हिस्सा वो लाहौर गुजरिया। उस तो बाद वापस आया। मैंने कबड्डी का बहुत शौक आ, खेल नहीं सके। कबड्डी सर्च बहुत अच्छी तरीके की, बेहतरीन की। उस तो बाद जो उस्ताद आ लड्डू शाह, उन्होंने जी टीम मेरे सपुर्द कर दी। ठीक है कि यह टीम जी है ये तुहाडे सपुर्द है, तुसीं इन्हां नूं खिलाना है। ठीक है, माशाअल्लाह अल्लाह ताला ने बड़ी इज्जत दी। असीं बहुत सारे पिंडां च गए, मुंडे तकरीबन टीम खत्म हो गई, इन्होंने इकट्ठा किया टीम नूं। कोई 2 नाल 87 के पिंड च मुंडे साडे कोल आ रहे हैं, गोरा आ रहा है, हसनैन आ रहा है। फिर साडे अपने पिंड दे माशाअल्लाह तकड़ा कमांडो बड़ा अच्छा जाफी है। उस बाद आबद पिरोका साई है बड़ा अच्छा। तो इन्होंने मैं इकट्ठा करके असी टीम बनाई माशाअल्लाह, और साडी टीम बहुत फिट है। तो थोड़ी जी सानू माली मुश्किलात है ने, क्योंकि जिन्ने भी लड़के ने सारे तकरीबन ना गरीब घराने नाल तलक रखते हैं, काम कार भी करना होंदा है। उस तो बाद कौडी है, यानी कि इन्हां दे विच कोई भी सौखा कोई नहीं है कि जिहड़ा सीधी कौडी खेडे, कली कौडी खेडे, काम कार ना करे। ਸਰ ਜੀ, ਇਹਨਾਂ ਰਵਾਇਤ ਵੀ ਬਰਕਰਾਰ ਆ। ਹਮੇਸ਼ਾ ਖਿਲਾੜੀ ਮਾੜੇ ਘਰਾਂ ਚੋਂ ਹੀ ਅੱਗੇ ਆਉਂਦੇ ਆ, ਚੰਗੇ ਘਰਾਂ ਦੇ ਖਿਲਾੜੀ ਅੱਗੇ ਕਦੀ ਵੀ ਨਹੀਂ ਆਏ। ਤੇ ਇਹ ਪੰਜਾਬ ਸਾਡੀ ਦੀ ਸਕਾਫਤ ਆ। ਬਾਕੀ ਅੱਲਾਹ ਪਾਕ ਇਹਨਾਂ ਦੇ ਨਾਲ, ਅੱਲਾਹ ਪਾਕ ਇਹਨਾਂ ਸਾਰਿਆਂ ਦੀ ਖੈਰ ਕਰੇਗਾ। ਉਸਤਾਦ ਜੀ, ਤੁਸੀਂ ਅੱਜ ਕੱਲ੍ਹ ਦੇ ਜਵਾਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਕੌਡੀ ਨੂੰ ਅੱਗੇ ਲੈ ਕੇ ਆਉਣ ਦੇ ਵਾਸਤੇ, ਜਾਂ ਕੋਈ ਵੀ ਸਪੋਰਟਸ ਨੂੰ ਅੱਗੇ ਲੈ ਕੇ ਆਉਣ ਵਾਸਤੇ ਕੀ ਤੁਸੀਂ ਪੈਗਾਮ ਦੇਣਾ ਚਾਹੋਗੇ? पैगाम यही है कि जिहड़ी गेम च तुसी हो उस गेम नाल तुसी मुखलस रहो, उस गेम नाल प्यार करो, उस गेम च मुनाफकत ना करो। कोई भी गेम है ना भाई, मसलन अगर तुसी मुनाफकत ले आओगे ना, वो गेम कदी उत्ते नहीं जा सकेगी। सियासत गेमां तबाह कर गई है। सियासत नूं गेमां तो दूर रखो। तुसी सियासत नूं गेमां च लैके आओगे, फिर तुसी भी गए, जिहड़े तुहाडे नाल दे ने वो भी गए, जिन्हां ने मेहनत कीती वो भी गए। तो मैं इन्होंने यही पैगाम देवांगा कि गेम नूं सियासत तो दूर रखो, आपस में भाईचारा मुहब्बत ये कायम रखो। शाम नूं अगर इकट्ठे होंदे ने तैयारी वाले तो पता लग जाता यार अज एक लड़का विच कम है, उन्हें फिर पता लग जाता कि पता करो यार क्यों नहीं आया। ਉਹਦਾ पता लग जाता है कि यार ਉਹਨੂੰ ਇਹ मसला है, उस वजह नाल नहीं आया। अगर ਅਸੀਂ ਇਹਦੇ सियासत ਲੈ ਆਵਾਂਗੇ, ਅਸੀਂ ना गेम कर सकांगे, ना ਅਸੀਂ इकट्ठे हो सकांगे, उधर होएगा। ठीक है ना, बस मेरा ही पैगाम है कि ਇਹਨੂੰ सियासत तो दूर रखो। ਮੈਨੂੰ ਨਾ ਜੀ ਉਸਤਾਦ ਤਾਹਿਰ अब्बास ਸਾਹਿਬ ਦੀ ਗੱਲਾਂ ਤੋਂ ਇੱਕ ਗੱਲ ਸਮਝ ਆਉਂਦੀ ਆ ਕਿ ਜਦੋਂ ਇੱਕ ਪਰਿੰਦਾ ਪ੍ਰਵਾਜ਼ ਜਾਂਦਾ ਨਾ ਜੀ, ਤੇ ਉਹਦੀ ਮੁਖਾਲਫਤ ਕਰਨ ਲਈ ਵੀ ਬੜੇ ਉੱਠ ਜਾਂਦੇ ਨੇ। ਤੇ ਲਿਹਾਜ਼ਾ ਜਦੋਂ ਤੁਸੀਂ ਇੱਕ ਅੱਛੇ ਲੈਵਲ ਤੇ ਖੇਡਣ ਜਾ ਰਹੇ ਆ, ਪਾਕਿਸਤਾਨ ਲੈਵਲ, ਅੱਲਾ ਕਰੇ ਸਾਰੇ ਜਿਹੜੇ ਆ ਪਲੇਅਰ ਉਹਨਾਂ ਪਿੰਡਾਂ ਚੋਂ ਨਿਕਲ ਕੇ ਅੱਗੇ ਜਾਂਦੇ ਨੇ, ਅੱਲਾ ਕਰੇ ਕੋਈ ਸਾਡੇ ਪਿੰਡਾਂ ਚੋਂ ਮੁੰਡੇ ਪਾਕਿਸਤਾਨ ਲੈਵਲ ਜਾਣ ਤੇ ਕੌਡੀ ਖੇਡਣ। ਲੇਕਿਨ ਜਦੋਂ ਉਸ ਲੈਵਲ ਤੇ ਜਾਣਾ ਪੈਂਦਾ ਉਦੋਂ ਫਿਰ ਬਹੁਤ ਤਹੱਮਲ ਦਾ ਮੁਜ਼ਾਹਰਾ ਕਰਨਾ ਪੈਂਦਾ, ਬੜਾ ਹੌਸਲਾ ਰੱਖਣਾ ਪੈਂਦਾ ਵਾ। ਤੇ ਅੱਜ ਕੱਲ੍ਹ ਦੇ ਸਾਜੀ ਜਿਹੜੇ ਸਾਡੇ ਜਵਾਨ ਨੇ ਹੌਸਲਾ ਵੀ ਨਹੀਂ ਰੱਖਦੇ, ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੰਜਿਸ਼ ਕਰ ਜਾਂਦੇ ਨੇ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਜਿਹੜਾ ਆ ਪਰੇਸ਼ਾਨ ਹੋ ਜਾਂਦੇ ਨੇ। ਆਓ ਆਪਾਂ ਗੱਲ ਕਰਦੇ ਹਾਂ ਜਿਹੜਾ ਸਾਡਾ ਵੀਰਾ 87 ਚੋਂ ਇੱਥੇ ਆਉਂਦਾ ਵਾ, गेम करता वा, उन्होंने पुछते हैं कि उन्हें उस्ताद ताहिर अब्बास नाल जुड़ के ते इस पिंड च आके उन्हें कितनियां क मुहब्बतां समेटियां इन्हां दे पिंड वालियां दियां। अस्सलाम वालेकुम। वालेकुम सलाम भाजी, की हाल है तुहाडा? ठीक ठाक जी, शुक्र। पूरा नाम भाजी अपना? मेरा नाम इफ्तिखार अहमद जी। इफ्तिखार अहमद। ते कबड्डी दे ग्राउंडां 'च तुहानूं किहड़े नाम तो शोहरत मिली? गोरा सप सादे ने जी। गोरा सप सादे ने। ये लकब तुहानूं किहड़ी जगह तो मिलिया सी? ये मैंने माई दी मसीत 61 GD च मिला सी। ਮਾਈ ਦੀ ਮਸੀਤੇ ਤੁਸੀਂ 61 ਜਿਹੜੀ 'ਚ ਮੈਚ ਖੇਡਣ ਗਏ ਸੀ, ਉੱਥੇ ਤੁਹਾਨੂੰ ਲੱਕਬ ਮਿਲਿਆ ਸੀ। ਕਿੰਨੀ ਦੇਰ ਹੋ ਗਈ ਤੁਹਾਨੂੰ 88 ਦੇ ਨਾਲ ਜੁੜਿਆ? 4 साल हो गए खेलते।
3-4 ਸਾਲ ਹੋ ਗਏ ਹੈ ਤੁਸੀਂ 87 ਦੇ, ਲੇਕਿਨ ਟੀਮ ਜਿਹੜੀ ਆ ਉਹ 88 ਦੀ ਤੁਸੀਂ ਨੁਮਾਇੰਦਗੀ ਕਰਦੇ ਆ, 88 ਵੱਲੋਂ ਖੇਡਦੇ ਆ। ਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ 9L ਦੀ ਧਰਤੀ ਵਾਸਤੇ, ਜਾਂ 6R ਦੀ ਧਰਤੀ ਵਾਸਤੇ, ਜਾਂ 7R ਦੀ ਧਰਤੀ ਵਾਸਤੇ, 10L, ਯਾਨੀ ਕਿ ਓਵਰਆਲ ਸਾਡੇ ਡਿਵੀਜ਼ਨ ਪੰਜਾਬ ਡਿਵੀਜ਼ਨ ਸਾਹੀਵਾਲ ਹੋ ਗਿਆ, ਸਾਡੇ ਪੰਜਾਬ ਦੇ ਜਵਾਨਾਂ ਵਾਸਤੇ? मैं ये पैगाम देना चाहना जी, गेम जी सब तो अच्छी गेम है कबड्डी है, जोर लगता जिसमानी कुवत भी मिलती है जी। तो बाकी गेमां में ठीक है ना, बंदा दिल ला के करे जी, मखलूस होत खेले जी ग्राम वास्ते। ਬਾਕੀ ਮਾਮਲਾ ਜਿਹੜੇ ਨੇ ਉਹ ਜ਼ਿੰਦਗੀ ਦੇ ਚੱਲਦੇ ਰਹਿੰਦੇ ਨੇ। ਚਲੋ ਬੜੀ ਮਿਹਰਬਾਨੀ ਤੁਹਾਡੀ। ਹੁਣ ਸਾਡੇ ਨਾਲ ਇੱਕ ਹੋਰ ਬੰਦਾ ਮੌਜੂਦ ਆ ਜੀ, ਆਓ ਤੁਹਾਨੂੰ ਇਹਨਾਂ ਨਾਲ ਮਿਲਵਾਉਂਦੇ ਆ। ਇਹ ਉਹ ਬੰਦਾ ਜੀ ਜਿਹਨੇ ਪਹਿਲੇ ਵਕਤਾਂ 'ਚ ਉਸਤਾਦ ਜੀ ਚੰਗੀ ਕੌਡੀ ਖੇਡੀ ਆਪਣੇ 6R ਦੇ ਵਿੱਚ, ਪੰਜਾਬ ਦੇ ਵਿੱਚ, ਸਾਹੀਵਾਲ ਡਿਸਟ੍ਰਿਕਟ, ਸਾਹੀਵਾਲ ਡਿਵੀਜ਼ਨ 'ਚ ਬਹੁਤ ਚੰਗੀ ਕੌਡੀ ਖੇਡੀ, ਇੱਥੇ ਤੱਕ ਕਿ ਉਹਨਾਂ ਪਲੇਅਰਾਂ ਦੇ ਨਾਲ ਕੌਡੀ ਖੇਡੀ ਜਿਹੜੇ ਕਿ ਪੰਜਾਬ ਦਾ ਮਾਣ ਸਨਮਾਨ ਸੀਗੇ, ਜਿਨ੍ਹਾਂ ਨੇ ਪਾਕਿਸਤਾਨੀ ਟੀਮ ਦੇ ਵਿੱਚ ਵੀ ਸਿਲੈਕਸ਼ਨ ਉਹਨਾਂ ਦੀਆਂ ਮੁੰਡਿਆਂ ਦੀ ਹੋਈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ ਭਾਜੀ, ਆਪਣਾ ਪੂਰਾ ਨਾਮ ਜੀ? ਮੁਹੰਮਦ ਅब्बास। ਭਾਈ ਅब्बास, ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਹਾਨੂੰ ਕੌਡੀ ਦਾ ਸ਼ੌਕ ਕਿਦੋਂ ਕੁ ਪਿਆ? ਅਸੀਂ ਤਕਰੀਬਨ 98 ਦੇ ਵਿੱਚ ਨਾ ਤੇ ਸਾਡੇ ਪਿੰਡ ਮੇਲਾ ਹੋਇਆ ਜੀ, ਤੇ ਸਾਡੇ ਨਾਲ ਦੇ ਪਿੰਡ 'ਚੋਂ ਅਜ਼ਹਰ ਭੱਟੀ ਸਾਹਿਬ ਨੇ ਜਿਹੜੇ ਉਸ ਟਾਈਮ ਦੇ ਸਭ ਤੋਂ ਅੱਛੇ ਸਾਈ ਹਨ, ਤੇ ਉਹ ਹੋ ਗਿਆ ਨਾਲ 85 6R ਦੇ ਵਿੱਚ ਮੌਜ਼ਾ ਬਾਈ ਜਾਫੀ, ਤੇ ਉਹਨਾਂ ਦਾ ਮੈਚ ਹੋਇਆ। ਸਾਡੇ ਪਿੰਡ ਦੀ ਕੋਈ ਟੀਮ ਨਹੀਂ ਆਈ, ਦੋਵੇਂ ਟੀਮਾਂ ਬਾਹਰੋਂ ਆਈਆਂ ਸਾਡੇ ਪਿੰਡ ਦੇ ਵਿੱਚ ਮੈਚ ਖੇਲਣ ਵਾਸਤੇ, ਤੇ ਅਸੀਂ ਬਹੁਤ ਲੁਤਫਅੰਦੋਜ਼ ਹੋਏ, ਅੱਛਾ ਮਹਿਸੂਸ ਕੀਤਾ। ਤੇ ਉਸ ਤੋਂ ਬਾਅਦ ਸਾਡੇ ਪਹਿਲੇ ਟੀਮ ਦੇ ਪਿੰਡ ਦੀ ਟੀਮ ਬਹੁਤ ਚੰਗੀ ਸੀ, ਜਿਹੜੇ ਓਵਰ ਏਜ ਪਲੇਅਰ ਹੋ ਗਏ, ਛੋੜ ਗਏ, ਉਸ ਤੋਂ ਬਾਅਦ ਟੀਮ ਖਤਮ ਹੋ ਗਈ। ਤੇ ਅਸੀਂ ਉਹਨਾਂ ਦਾ ਮੈਚ ਵੇਖਿਆ, ਅਸੀਂ ਆਪਣੇ ਆਪ ਵਿੱਚ ਸ਼ੌਕ ਸਾਡੇ ਲੜਕਿਆਂ ਨੂੰ ਪੈਦਾ ਹੋ ਗਿਆ ਕਿ ਯਾਰ ਅਸੀਂ 2 ਟੀਮਾਂ ਬਾਹਰੋਂ ਮੰਗਾਈਆਂ ਨੇ, ਕਿਉਂ ਨਾ ਸਾਡੀ ਆਪਣੀ ਇੱਕ ਟੀਮ ਹੋਣੀ ਚਾਹੀਦੀ ਹੈ, ਮੇਲੇ ਖੇਲੀਏ, ਪਿੰਡਾਂ ਦੇ ਵਿੱਚ ਅਦਰ ਖੇਲੀਏ, ਤੇ ਲੜਕਿਆਂ ਵਿੱਚ ਦੂਸਰਾ ਸ਼ੌਕ ਪੈਦਾ ਹੋ ਗਿਆ। ਤੇ ਅਜ਼ਹਰ ਭੱਟੀ ਸਾਹਿਬ ਨੂੰ ਫਿਰ ਰਿਕੁਐਸਟ ਕੀਤੀ ਅਸੀਂ ਕਿ ਤੁਸੀਂ ਸਾਡੇ ਕੋਲ ਆ ਕੇ ਨਾ ਤੇ ਇੱਥੇ ਖੇਲੇ ਕਰੋ, ਤੇ ਉਹ ਸਾਡੇ ਉਸਤਾਦ ਵੀ ਹਨ, ਤੇ ਉਹ ਸਾਡੇ ਕੋਲ ਪ੍ਰੋਪਰ ਆਉਂਦੇ ਰਹੇ ਨੇ, ਅਸੀਂ ਉਹਨਾਂ ਕੋਲ ਟ੍ਰੇਨਿੰਗ ਹਾਸਲ ਕੀਤੀ ਹੈ, ਤੇ ਅਸੀਂ ਅੱਲਾ ਦਾ ਸ਼ੁਕਰ ਹੈ ਕਿ ਬਹੁਤ ਜਗ੍ਹਾ ਤੇ ਮੈਚ ਖੇਲੇ ਨੇ ਔਰ ਵਿਨ ਕੀਤੇ ਨੇ। ਤੇ ਤੁਸੀਂ ਹੁਣ ਜਿਹੜੇ ਨੌਜਵਾਨ ਉੱਠੇ ਨੇ, ਪਲੇਅਰ ਨਵੇਂ ਆਉਂਦੇ ਨੇ, ਦਵਾਈਆਂ ਖਾ ਕੇ ਖੇਡਣ ਡਿਆ ਜੇ, ਸਪਲੀਮੈਂਟ ਖਾ ਕੇ ਖੇਡਦੇ ਪਏ ਨੇ, ਤੁਹਾਡੇ ਦੌਰ 'ਚ ਵੀ ਇਦਾਂ ਦਾ ਕੋਈ ਸੀਨ ਸੀ ਸਪਲੀਮੈਂਟ ਖਾਣ ਵਾਲਾ, ਦਵਾਈਆਂ ਖਾਣ ਵਾਲਾ, ਜਾਂ ਇਹ ਹੁਣ ਹੀ ਚੱਲਿਆ ਜੀ? ਸਾਡੇ ਦੌਰ ਵਿੱਚ ਨਾ ਕੋਈ ਸਪਲੀਮੈਂਟ ਖਾਂਦਾ ਹੀ, ਸਿਰਫ ਕੁਦਰਤੀ ਗਿਜ਼ਾਵਾਂ ਖਾਂਦੇ ਹਨ, ਫਰੂਟ ਖਾਂਦੇ ਨੇ, ਦੇਸੀ ਘਿਓ ਖਾਣਾ, ਦੁੱਧ ਪੀਣਾ। ਸਾਡੇ ਦੌਰ ਦੇ ਵਿੱਚ ਇਹ ਚੀਜ਼ਾਂ ਹਨ, ਨਾ ਤੇਲ ਬਾਮ ਵਗੈਰਾ ਕੋਈ ਚੀਜ਼ ਯੂਜ਼ ਨਹੀਂ ਕਰਦਾ ਹੀ। ਇਹ ਤੇ ਹੁਣ ਜ਼ਿਆਦਾ ਆ ਕੇ ਤੇ ਇਹ ਟਿਊਬਾਂ ਬਾਮਾਂ ਹੋ ਗਈਆਂ, ਇਹ ਲਗਾਉਣਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਤੇ ਤੁਸੀਂ ਆ ਨੌਜਵਾਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਕਿ ਹੁਣ ਆਏ ਨੇ, ਕੌਡੀ ਖੇਡਦੇ ਆ ਜਾਂ ਹੌਸਲਾ ਛੱਡੀ ਬੈਠੇ ਆ, ਤੇ ਜਾਂ ਉਹ ਜਵਾਨ ਜਿਹੜੇ ਗਰਾਊਂਡਾਂ ਦੀ ਗੇਮ ਛੱਡ ਕੇ ਮੋਬਾਈਲਾਂ ਦੀਆਂ ਗੇਮਾਂ ਤੇ ਆ ਗਏ ਆ, ਮੋਬਾਈਲ ਸੋਸ਼ਲ ਦੀਆਂ ਗੇਮਾਂ ਖੇਡਦੇ ਆ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਜਵਾਨਾਂ ਵਾਸਤੇ ਇਹ ਪੈਗਾਮ ਹੈ ਕਿ ਅਗਰ ਖੇਲਣਾ ਹੈ ਨਾ ਤੇ ਉਹਨੂੰ ਦਿਲੋਂ ਜਾਨ ਨਾਲ ਖੇਲੋ। ਇਹ ਨਹੀਂ ਕਿ ਆਪਣੇ ਆਪ ਤੇ ਤੁਸੀਂ ਬੋਝ ਬਣਾਓ ਕਿ ਯਾਰ ਮੈਂ ਕਬੱਡੀ ਖੇਲਣਾ, ਸਾਨੂੰ ਕੋਚ ਤੰਗ ਕਰ ਰਿਹਾ ਮੈਚ ਵਾਸਤੇ, ਯਾਰ ਮੇਰਾ ਮੂਡ ਨਹੀਂ। ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਵਾਨਾਂ ਵਿੱਚ। ਐਜ਼ ਏ ਪਲੇਅਰ ਉਹਨਾਂ ਨੂੰ ਚਾਹੀਦਾ ਹੈ ਕਿ ਅਗਰ ਕੋਚ ਇਸ਼ਾਰਾ ਕਰਦਾ ਹੈ ਤੇ ਉਸ ਤੋਂ 1 ਘੰਟਾ ਪਹਿਲੇ ਗਰਾਊਂਡ 'ਤੇ ਮੌਜੂਦ ਹੋਣਾ ਚਾਹੀਦਾ ਹੈ, ਔਰ ਆਪਣੀ ਪ੍ਰੋਪਰ ਬਗੈਰ ਕੋਚ ਦੇ ਪੁੱਛੇ ਦੱਸੇ ਤੋਂ ਬਗੈਰ ਉਹਨਾਂ ਨੂੰ ਆਪਣੇ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ, ਪ੍ਰੈਕਟਿਸ ਕਰਨੀ ਚਾਹੀਦੀ, ਟ੍ਰੇਨਿੰਗ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਕੋਚ ਸਾਹਿਬ ਆਖਣ ਯਾਰ ਤੋਂ ਕਿਸੇ ਨੂੰ ਫੋਨ ਕਰਨ ਘਰ ਮੈਚ ਹੈ ਤੇ ਕੋਈ ਘਰ ਗਿਆ, ਕੋਈ ਸਾਈਡ ਗਿਆ, ਠੀਕ ਹੈ ਆਪਣੇ ਘਰੇਲੂ ਮਾਮਲਾਤ ਹੁੰਦੇ ਨੇ, ਦੋਸਤਾਂ ਨੂੰ ਘਰ ਵਾਲੇ ਨੂੰ ਟਾਈਮ ਦੇਣਾ ਹੁੰਦਾ ਹੈ, ਲੇਕਿਨ ਇਹ ਚੀਜ਼ ਜ਼ਰੂਰੀ ਹੈ ਕਿ ਅਗਰ ਦਿਲੋਂ ਜਾਨ ਨਾਲ ਖੁਸ਼ੀ ਨਾਲ ਤੁਸੀਂ ਖੇਲੋ ਔਰ ਟਾਈਮ ਤੋਂ ਪਹਿਲੇ ਪਹੁੰਚੋ ਗਰਾਊਂਡ ਦੇ ਵਿੱਚ। ਚਲੋ ਬੜੀ ਮਿਹਰਬਾਨੀ। ਤੁਹਾਡਾ ਕੁਝ ਸਾਬਕਾ ਪਲੇਅਰਾਂ 'ਚੋਂ ਅੱਛਾ ਪਲੇਅਰ ਜਿਹਨੂੰ ਤੁਸੀਂ ਬੜਾ ਪਸੰਦ ਕਰਦੇ ਹੋ? ਮੇਰੇ ਆਪਣੇ ਪਿੰਡ ਦਾ ਸੈਯਦ ਲੱਡੂ ਸ਼ਾਹ ਮੇਰਾ ਫੇਵਰੇਟ ਪਲੇਅਰ ਹੈ ਜੀ। ਅੱਛਾ, ਉਸਤਾਦ ਲੱਡੂ ਸ਼ਾਹ ਸਾਹਿਬ ਜਿਹੜੇ ਕਿ ਇਸ ਟੀਮ ਦੇ ਜੀ ਇਸ ਟੀਮ ਦੇ ਉਸਤਾਦ ਨੇ ਜੀ ਸੈਯਦ ਲੱਡੂ ਸ਼ਾਹ ਸਾਹਿਬ, ਤੇ ਉਹ ਕਿਸੇ ਵਜ੍ਹਾ ਨਾਲ ਨਹੀਂ ਆ ਸਕੇ ਜੀ। ਉਹਨਾਂ ਨੇ ਆਣਾ ਜ਼ਰੂਰ ਆ, ਲੇਕਿਨ ਉਹ ਨਹੀਂ ਆ ਸਕੇ, ਤੇ ਉਹ ਇਸ ਪਿੰਡ ਦਾ ਮਾਨ ਤਰਾਨ ਨੇ ਜੀ। ਲੱਡੂ ਸ਼ਾਹ ਸਾਹਿਬ ਆਪਣੇ ਦੌਰ ਦਾ ਬਹੁਤ ਅੱਛਾ ਸਾਈ ਚਿਸ਼ਤੀ ਨਾਲ ਮੈਚ ਖੇਲਿਆ ਹੈ, ਲੇਕਿਨ ਕਿਸਮਤ ਦੀ ਗੱਲ ਹੁੰਦੀ ਹੈ ਕਿ ਚਿਸ਼ਤੀ ਹੁਣ ਕਿੱਥੇ ਚਲਾ ਗਿਆ ਜੀ। ਠੀਕ ਹੈ, ਆਪਣੇ ਦੌਰ ਦਾ ਸਟਾਰ, ਸਾਡੇ ਇਸ 9L ਦਾ ਸਟਾਰ ਲੱਡੂ ਸ਼ਾਹ, ਇਹ ਉਹਦੇ ਸ਼ਾਗਿਰਦ ਨੇ ਜੀ ਸਾਰੇ ਜਿਹੜੇ ਇਸ ਟਾਈਮ ਮੇਰੇ ਕੋਲ ਨੇ। ਅਸੀਂ ਅਗਰ ਬਾਹਰ ਵੀ ਜਾਂਦੇ ਹਾਂ ਤਾਂ ਅਸੀਂ ਆਉਂਦੇ ਜੀ ਇਹ ਲੱਡੂ ਸ਼ਾਹ ਦੇ ਸ਼ਾਗਿਰਦ ਨੇ ਜੀ। ਲੈ ਜੀ, ਬੜੀ ਅੱਛੀ ਗੱਲ ਆ ਕਿ ਬੇਸ਼ੱਕ ਕੋਚਿੰਗ ਜਿਹੜੀ ਆ ਉਸਤਾਦ ਤਾਰ ਅब्बास ਸਾਹਿਬ ਦਿੰਦੇ ਨੇ, ਲੇਕਿਨ ਉਸਤਾਦ ਜਿਹੜੇ ਨੇ ਉਹ ਲੱਡੂ ਸ਼ਾਹ ਹੀ ਨੇ ਇਹਨਾਂ ਦੇ ਵਿੱਚ, ਤੇ ਅੱਜ ਵੀ ਉਹਨਾਂ ਦਾ ਖਿਆਲ ਕਰਦੇ ਨੇ, ਉਹਨਾਂ ਨਾਲ ਮੁਹੱਬਤਾਂ ਕਰਦੇ ਨੇ, ਉਹਨਾਂ ਦਾ ਪਿਆਰ ਕਰਦੇ ਨੇ, ਸਾਰਾ ਕੁਝ ਜਿਹੜਾ ਆ ਉਹਨਾਂ ਦੇ ਨਾਮ ਲਾ ਕੇ ਬੈਠੇ ਨੇ। ਤੇ ਸਾਡੇ ਨਾਲ 188 ਦੀ ਧਰਤੀ ਦਾ ਇੱਕ ਹੋਰ ਜਵਾਨ ਮੌਜੂਦ ਆ ਜਿਹਨੇ ਥਲਾਈਟ ਦੀ ਦੁਨੀਆ ਦੇ ਵਿੱਚ ਇੱਕ ਇਨਕਲਾਬ ਜਿਹੜਾ ਲਿਆਂਦਾ,
ਐਥਲਾਈਟ ਦੀ ਦੁਨੀਆ 'ਚ ਬੜਾ ਨਾਮ ਪੈਦਾ ਕੀਤਾ। ਆਓ ਉਸ ਜਵਾਨ ਨਾਲ ਵੀ ਅਸੀਂ ਗੱਲ ਕਰਦੇ ਹਾਂ। ਸਪੋਰਟਸ ਦੇ ਲਿਹਾਜ਼ ਨਾਲ ਵੀ 88 ਚੱਕ ਜਿਹੜਾ ਆ ਉਹ ਪਿੱਛੇ ਨਹੀਂ ਰਿਹਾ। ਹਰ ਮੈਦਾਨ ਦੇ ਵਿੱਚ 88 ਚੱਕ ਨੇ ਆਪਣਾ ਲੋਹਾ ਮਨਵਾਇਆ ਵਾ ਤੇ ਬੜਾ ਅੱਛਾ ਜਿਹੜਾ ਵਾ ਉਹ ਆਪਣੀ ਖੇਲ ਪੇਸ਼ ਕੀਤੀ ਆ। अस्सलाम वालेकुम जी। ਵਾਲੇਕੁਮ ਸਲਾਮ ਭਾਜੀ ਕੀ ਹਾਲ ਆ ਤੁਹਾਡਾ? ਠੀਕ ਠੀਕ ਠਾਕ ਜੀ। ਕੀ ਨਾਮ ਕੀ ਭਾਜੀ ਆਪਣਾ? ਮੁਹੰਮਦ ਅਦਨਾਨ ਜੀ। ਅਦਨਾਨ ਬਾਈ, ਤੇ ਅਸੀਂ ਐਥਲਾਈਟ ਜੇ ਤੇ ਕਿਹੜੇ ਮੈਦਾਨ ਜਿਹੜੇ ਤੁਸੀਂ ਮਾਰੇ ਆ ਤੇ ਕਿੱਥੇ ਤੁਸੀਂ ਜਿਹੜਾ ਆ ਵਿਨ ਕੀਤੇ ਏਰੀਆ 'ਚ? ਅਸੀਂ ਜੀ ਅਲਹਮਦੁਲਿਲਾ ਅਸੀਂ ਜੀ ਇੱਥੇ ਰਾਣਾ ਸਰਜਾਦ ਸਾਹਿਬ ਸਾਡੇ ਕੋਚ ਹਨ ਜੀ ਸਾहिवाल ਦੇ ਮਿੰਟ ਕੁੰਬਰੀ ਐਥਲੈਟਿਕ ਕਲੱਬ, ਉਹਨਾਂ ਕੋਲ ਅਸੀਂ ਟ੍ਰੇਨਿੰਗ ਕਰਦੇ ਰਹੇ ਹਾਂ ਜੀ। ਤੇ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਅੰਡਰ 19 ਅਸੀਂ ਗੋਲਡ ਕੀਤਾ ਜੀ। ਲਾਹੌਰ ਖੇਡੇ ਹਾਂ ਜੀ, ਇਸਲਾਮਾਬਾਦ ਖੇਡੇ ਹਾਂ, ਕਰਾਚੀ 'ਚ ਖੇਡੇ ਹਾਂ ਜੀ। ਤੇ ਮਹਿਕਮਾ ਤੁਹਾਨੂੰ ਇਸ ਟਾਈਮ ਕੋਈ ਲੱਗਾ ਜਾਂ ਤੁਸੀਂ ਬਸ ਫੈਡਰੇਸ਼ਨ ਵੱਲੋਂ ਹੀ ਖੇਡਦੇ ਪਏ? ਮਹਿਕਮੇ ਲਈ ਖੇਡਦੇ ਰਹੇ ਹਾਂ ਜੀ, ਵਾਪੜਾ ਵੀ ਖੇਡਦੇ ਰਹੇ, ਆਰਮੀ ਲਈ ਵੀ ਖੇਡੇ ਹਾਂ ਜੀ। तो थोड़े डेट हो बार दी मसला बनया तो उनकी वजह तो ਦਰਅਸਲ ਨਾਲ ਇਹ ਖਿਲਾੜੀਆਂ ਦਾ ਸੀਨ ਚੱਲਦਾ ਰਹਿੰਦਾ ਜੀ, ਕੋਈ ਮਾਮਲਾਤ ਹੁੰਦੇ ਰਹਿੰਦੇ ਨੇ। ਬਾਕੀ ਸਾਡੀ ਜਿਹੜੀ ਆ ਵੀਡੀਓ ਵਾ ਇਹ ਉਹਨਾਂ ਲੋਕਾਂ ਤੱਕ ਆਲਾ ਹੁਕਾਮ ਤਾਈਂ ਵੀ ਪਹੁੰਚ ਜਾਵੇ, ਉਹਨਾਂ ਤੱਕ ਵੀਡੀਓ ਵਾ ਕਿ ਗਰਾਊਂਡਾਂ ਦੇ ਹਵਾਲਾਂ ਦੇ ਵਿੱਚ ਕੁਝ ਖਿਆਲ ਕਰੋ, ਗਰਾਊਂਡਾਂ ਦੇ ਬਾਰੇ 'ਚ ਕੁਝ ਸੋਚੋ। ਸਾਡੇ ਪਿੰਡਾਂ ਦੇ ਗਰਾਊਂਡ ਜਿਹੜੇ ਗੈਰ ਆਬਾਦ ਹੁੰਦੇ ਜਾਂਦੇ ਆ, ਸਾਡੇ ਪਲੇਅਰ ਜਿਹੜੇ ਆ ਉਹ ਬਿਲਕੁਲ ਹੀ ਰੋਲਦੇ ਜਾਂਦੇ ਆ। ਤੇ ਆਖਰੀ ਟਾਈਮ ਜਿਹੜੀ ਆਪਾਂ ਉਸਤਾਦ ਤਾਹਿਰ ਅਰਬਾਜ਼ ਮਲਾਹ ਸਾਹਿਬ ਨਾਲ ਗੱਲਬਾਤ ਕਰਕੇ ਜਿਹੜਾ ਆ ਉਹ ਗੱਲ ਕਲੋਜ਼ ਕਰਦੇ ਆ। ਉਸਤਾਦ ਜੀ, ਤੁਹਾਡਾ ਹਾਜ਼ਰੇ ਵਕਤ 'ਚ ਪਲੇਅਰ ਚੰਗਾ ਕਿਹੜਾ ਤੇ ਪੁਰਾਣੇ ਪਲੇਅਰਾਂ 'ਚ ਤੁਸੀਂ ਕਿਹਨੂੰ ਚੰਗਾ ਸਮਝਦੇ ਸੀ? ਭਾਈ ਲੱਡੂ ਸ਼ਾਹ ਤੋਂ ਹਟ ਕੇ ਨੈਸ਼ਨਲ ਲੈਵਲ ਤੇ ਜੀ, ਦੋਨੇ ਹੀ ਲੈਵਲ ਤੇ, ਪੰਜਾਬ ਲੈਵਲ, ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ। ਪੰਜਾਬ ਲੈਵਲ ਤੇ ਜੀ ਪਹਿਲਾ ਮੈਨੂੰ ਸਭ ਤੋਂ ਅੱਛਾ ਗੁਲਾਮ ਅब्बास भट्ट साहब ने जी, बहुत अच्छे ने जी। और इस ਲੈਵਲ ਤੇ अगर ਸਾਈਆਂ 'ਚ ਹੈ ਤੇ ਉਹ ਜੀ ਸ਼ਫੀਕ ਚਿਸ਼ਤੀ ਸਾਹਿਬ ਨੇ, मैं बड़ा लाइक करना उन्होंने, ठीक है। उस तो बाद अगर जाफियाँ च ने तो जाफिया सब तो फिर मेरा राणा अली शान है जी, साड़ी धरती का मान सम्मान है जी राणा अली शान। तो माशाल्लाह बड़ा तकड़ा जाफी, लीगा खेलियाँ कनेडा, इंडिया, आस्ट्रेलिया, इंग्लैंड, बहुत अच्छा खेले ने जी। तो मेरा मैं यही गल कहन लगा सी, मैनूं लगदा कि कोई स्पैशल प्यारा ही बच्चा तुहाडा हैगा जी। अपना नाम भाजी? मोहम्मद शाहद है जी, साडा शाहद कमांडो है जी। ਮੁਹੰਮਦ ਸ਼ਾਹਦ ਕਮਾਂਡੋ ਦੇ ਨਾਂ ਤੇ ਨੇ ਮੈਦਾਨਾਂ ਦੇ ਵਿੱਚ ਨੇ ਮਸ਼ਹੂਰ ਹੋਇਆ। ਤੇ ਤੁਸੀਂ ਕਬੱਡੀ ਕਿਦੋਂ ਸ਼ੁਰੂ ਕੀਤੀ ਜੀ? कबड्डी अस की जी सन 15 च, ਸਨ 15 च। ਤੇ ਤੁਸੀਂ ਫੇਵਰਿਟ ਪਲੇਅਰ ਤੁਹਾਡਾ ਕਿਹੜਾ ਜੀ? नफीस गुज्जर। ਭਾਈ ਨਫੀਸ ਨੂੰ ਤੁਸੀਂ ਲਾਈਕ ਕਰਦੇ ਜੇ? ਭਾਈ ਨਫੀਸ ਦੇ ਸੱਟ ਲੱਗੀ ਤਾਂ ਤੁਸੀਂ ਉਹਦੇ ਬਾਰੇ 'ਚ ਕੋਈ ਦੁਆ ਦੂ ਕੀਤੀ, ਕੋਈ ਦੁੱਖ ਹੋਇਆ ਕੀ ਤੁਸੀਂ ਕਮੈਂਟ ਅੱਜ ਪਾਓ? ਫਿਰ बहुत दुख होया जी, दुआ भी की, अल्लाह उन्होंने तंदुरुस्ती देवे जी। ਅਸੀਂ ਭਾਈ ਮੁਹੰਮਦ ਸੈਨ ਅੱਜ ਫਿਰ ਸਪੈਸ਼ਲੀ ਦੁਆ ਕਰਾਂਗੇ ਜੀ ਭਾਈ ਨਫੀਸ ਗੁੱਜਰ ਵਾਸਤੇ। ਸਾਡੀ ਟੀਮ, ਸਾਡੇ ਪਿੰਡ ਵਾਲੇ ਜਿੰਨੇ ਹੀ ਦੋਸਤ ਨੇ ਇਕੱਠੇ ਨੇ, ਅਸੀਂ ਅੱਜ ਸਪੈਸ਼ਲੀ ਦੁਆ ਕਰਾਂਗੇ ਜੀ ਭਾਈ ਨਫੀਸ ਵਾਸਤੇ। ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ। ਤੇ ਭਾਈ ਨਫੀਸ ਹੋਰੀ ਸਾਡੇ ਨਾਲ ਇੰਨੀਆਂ ਮੁਹੱਬਤਾਂ ਕਰਦੇ ਨੇ, ਅਸੀਂ ਉਹਨਾਂ ਨੂੰ ਤਕਰੀਬਨ 4 ਵਾਰੀ ਤੇ ਖਿਲਾ ਚੁੱਕੇ ਹਾਂ ਲਿਆ ਕੇ। ਉਹਨਾਂ 'ਚ ਕੋਈ ਨਖਰਾ ਨਹੀਂ ਹੈ ਮਾਸ਼ਾਅੱਲਾ, ਇੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ। ਅਸੀਂ ਇੰਜ ਜਾ ਕੇ ਕਹਿੰਦੇ ਆ ਤੇ ਭਾਈ ਹੋਰੀ ਸਾਡੇ ਕੋਲ ਮੈਚ ਵਾਸਤੇ ਆ ਜਾਂਦੇ ਨੇ। ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ ਜੀ। ਤੇ ਆ ਪਲੇਅਰ ਹੁੰਦੇ ਨੇ ਨਾ, ਨਹੀਂ ਜੀ ਇੰਜੇ ਹੋਵੇ ਖਰਚੇ ਦਾ ਨਹੀਂ, ਉਹਨਾਂ ਨੇ ਅੱਜ ਤੱਕ ਸਾਨੂੰ ਖਰਚੇ ਪਾਣੀ ਦਾ ਨਹੀਂ ਕਿਹਾ। ਅਸੀਂ ਉਹਨਾਂ ਨੂੰ ਜਦੋਂ ਫੋਨ ਕੀਤਾ ਹੈ, ਅੱਜ ਤੋਂ 7 ਸਾਲ ਪਹਿਲੇ ਸਾਡੇ ਕੋਲ ਖੇਲ ਕੇ ਗਏ ਨੇ, ਹਾਲੇ ਸਟਾਰਟ ਹੋ ਰਹੀ ਸੀ। ਭਾਈ ਨਫੀਸ ਆਏ ਸਨ, ਨਾਲ ਇਮਦਾਦ ਗੁੱਜਰ ਆਏ ਸਨ, ਬਾਬਾ ਜਾਨਾ ਉਹਨਾਂ ਨੂੰ ਲੈ ਕੇ ਆਇਆ ਆਪਣੀ ਜੀ। ਟੀਮ ਤੋਂ ਪਲੇਅਰ ਬਣਾ ਕੇ ਜੀ ਵੀ ਬਿਲਕੁਲ ਜੀ। ਅਸੀਂ ਉਹਨਾਂ ਨੂੰ ਜਦੋਂ ਹੀ ਉਹਨਾਂ ਕੋਲ ਗਏ ਆ, ਸਾਡੇ ਵਾਸਤੇ ਜੀ ਉਹ ਬਹੁਤ ਹੀ ਕਾਬਿਲ ਇਹਤਰਾਮ ਨੇ, ਕਿਉਂਕਿ ਸਾਡੇ ਨਾਲ ਮੁਹੱਬਤਾਂ ਕਰਦੇ ਨੇ। ਤੇ ਅਸੀਂ ਸਪੈਸ਼ਲ ਅੱਜ ਜੀ ਸਾਰੇ ਪਿੰਡ ਵਾਲੇ ਮੇਰੇ ਪਲੇਅਰ, ਅਸੀਂ ਉਹਨਾਂ ਵਾਸਤੇ ਦੁਆ ਕਰਾਂਗੇ ਕਿ ਅੱਲਾਹ ਪਾਕ ਉਹਨਾਂ ਨੂੰ ਜਲਦ ਤੋਂ ਜਲਦ ਸਿਹਤਯਾਬੀ ਦੇਵੇ ਜੀ। ਬਿਲਕੁਲ ਜੀ, ਇਨਸ਼ਾਅੱਲਾ। ਅੱਜ ਦਿਹਾੜਾ ਜੁਮੇ ਦਾ ਵਾ ਜੀ, ਤੇ ਇਨਸ਼ਾਅੱਲਾ ਅਸੀਂ ਸਾਰੇ ਤਵੱਜੋ ਕਰਾਂਗੇ ਭਾਈ ਨਫੀਸ ਗੁੱਜਰ ਦੇ ਬਾਰੇ 'ਚ ਕਿ ਅੱਲਾਹ ਪਾਕ ਉਹਨੂੰ ਤੰਦਰੁਸਤੀ ਦੇਵੇ, ਅੱਲਾਹ ਪਾਕ ਉਹਨੂੰ ਸਿਹਤ ਦੇਵੇ। ਸਾਡਾ ਚੈਨਲ ਤੁਹਾਨੂੰ ਅੱਛਾ ਲੱਗੇ, ਮਜ਼ੀਦ ਅਸੀਂ ਪੰਜਾਬੀ ਕਾਰਵਾਂ ਜਿਹੜਾ ਅੱਗੇ ਵਧਾਉਣਾ ਚਾਹੁੰਦੇ, ਅੱਗੇ ਲੈ ਕੇ ਆਵਾਂਗੇ। ਤੇ ਸਾਡਾ ਹੌਸਲਾ ਤਾਂ ਹੀ ਬਣਨਾ ਵਾ ਜੇ ਤੁਸੀਂ ਸਾਡੇ YouTube ਚੈਨਲ ਨੂੰ ਸ਼ੇਅਰ ਲਾਈਕ ਜ਼ਰੂਰ ਕਰੋਗੇ। ਮੈਂ ਤੁਹਾਡਾ ਆਪਣਾ ਮੁਹੰਮਦ ਹੁਸੈਨ ਕਾਦਰੀ, ਤੁਸੀਂ ਦੇਖ ਰਹੇ ਹੈਪੀ ਪੰਜਾਬ। अस्सलाम वालेकुम। रहमान रहीम ਦੋਸਤੋ, ਤੁਸੀਂ ਦੇਖ ਰਹੇ ਆ ਹੈਪੀ ਪੰਜਾਬ। ਤੇ ਅੱਜ ਆਪਣਾ ਹੈਪੀ ਪੰਜਾਬ ਦਾ ਕਾਰਵਾਂ ਜਿਹੜਾ ਅਸੀਂ ਪੁੱਜੇ ਆ 188 ਨੌਇਲ। ਟੀਮ ਕੋਚ ਉਸਤਾਦ ਤਾਹਿਰ ਅਰਬਾਜ਼ ਮਲਾਹ ਸਾਹਿਬ, ਜਿੱਦਾਂ ਕਿ ਉਹਨਾਂ ਨੇ ਮਾਸ਼ਾਅੱਲਾ ਪਿਛਲੇ ਕੁਝ ਟੂਰਨਾਮੈਂਟ ਦੇ ਵਿੱਚ ਟੀਮ ਬੜੀ ਤਗੜੀ ਬਣਾ ਕੇ ਦਿੱਤੀ ਸੀ। ਅੱਜ ਤੁਸੀਂ ਦੇਖ ਰਹੇ ਕਿ ਮੁੰਡੇ ਉਹਨਾਂ ਦੇ ਜਿਹੜੀ ਗੇਮ ਕਰਦੇ, ਮੈਂ ਉਹਨਾਂ ਕੋਲ ਪੁੱਜਿਆ ਵਾਂ। ਤੇ ਆਓ ਇਹਨਾਂ ਨਾਲ ਆਪਾਂ ਗੱਪਸ਼ਪ ਪੂਰੀ ਕਰਦੇ ਹਾਂ। ਲਓ ਜੀ, ਤੁਸੀਂ ਦੇਖ ਰਹੇ ਕਿ ਮੁਖਤਲਿਫ ਅੰਦਾਜ਼ ਦੇ ਨਾਲ ਜਿਹੜੀ ਆ ਆਪਣੀ ਗੇਮ ਕਰਦੇ ਹੋਏ ਵਾਰਮ ਅਪ ਜਿਹੜਾ ਸਾਰੇ ਵੀਰੇ ਕਰਦੇ ਪਏ ਆਪਣੇ ਆਪ ਨੂੰ। ਤੇ एक शेर मैनू याद आ रहा, उस्ताद ताहिर अरबाज़ मलाह साहब भी कोल खड़े ने कि गिरते हैं शाह सवार ही मैदान जंग में, वो क्या गिरे जो घुटनों के बल चले। ये मैदान जो है ये खेलना जवानों का शौक है। कबड्डी जड़े पहलवान ही खेडते हैं जी, जिन्हों के खून दे विच जिहड़ी पहलवानी शामिल।
ਲੋਕ ਤੁਸੀਂ ਦੇਖ ਰਹੇ ਆ ਜਿੱਦਾਂ ਕਿ ਮੁੰਡੇ ਜਿਹੜੇ ਆ ਜਵਾਨ ਕਬੱਡੀ ਦੇ ਮੁਖਤਲਿਫ ਅੰਦਾਜ਼ ਦੇ ਵਿੱਚ ਜਿਸਮ ਨੂੰ ਪੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਆ। ਤੁਸੀਂ ਚੈੱਕ ਕਰ ਰਹੇ ਆ ਬਿਲਕੁਲ ਅੱਛੇ ਤਰੀਕੇ ਦੇ ਨਾਲ। ਲੋ ਕਿ ਜਿੱਦਾਂ ਤੁਸੀਂ ਦੇਖ ਰਹੇ ਆ ਕਿ ਸੈੱਟ ਚੇਂਜ ਹੁੰਦਾ ਜਾ ਰਿਹਾ ਵਾ, ਗੇਮ ਕਰੀ ਜਾ ਰਹੇ ਆ ਮੁੰਡੇ ਬਹੁਤ ਅੱਛੇ ਤਰੀਕੇ ਦੇ ਨਾਲ। ਗੇਮ ਦੇ ਵਿੱਚ ਛੋਟੇ ਮੋਟੇ ਮਾਮਲਾਤ ਹੁੰਦੇ ਰਹਿੰਦੇ, ਇਹਨਾਂ ਦਾ ਕੋਈ ਇਸ਼ੂ ਨਹੀਂ ਹੈ। ਤੇ ਬਾਕੀ ਗੇਮ ਨੂੰ ਆਪਣੇ ਜਿਸਮ ਨੂੰ ਪੂਰਾ ਜਿਹੜਾ ਵਾਰਮ ਅਪ ਕਰਦੇ ਆ। ਲਓ ਜੀ ਤੁਸੀਂ ਦੇਖ ਰਹੇ ਕਿ ਮੁਖਤਲਿਫ ਤਰੀਕੇ ਦੇ ਨਾਲ ਗੇਮ ਲਾਉਂਦੇ ਪਏ ਨੇ। ਆਪਾਂ ਉਸਤਾਦ ਤਾਹਰ ਅਬਾਸ ਸਾਹਿਬ ਨੂੰ ਪੁੱਛਦੇ ਹਾਂ, ਉਸਤਾਦ ਜੀ ਕੀ ਹਾਲ ਚਾਲ ਹੈ ਜੀ? ਉਸਤਾਦ ਜੀ ਅੱਗੇ ਆਇਆ ਜੀ। ਇਹ ਮੁੰਡੇ ਜਿਹੜੀ ਗੇਮ ਕਰ ਰਿਹਾ ਇਹਦਾ ਕੀ ਨਾਂ, ਤੈਨੂੰ ਕੀ ਕਹਿੰਦੇ ਜੀ? ਹਾਫ ਬੈਠਕ? ਹਾਂ ਬੈਠੇ ਲਾ ਰਹੇ ਜੀ। ਚਲੋ ਮਾਸ਼ਾਅੱਲਾ। ਤੇ ਬਾਕੀ ਪੱਠੇ ਤੁਹਾਡੇ ਜ਼ਰਾ ਕੋਈ ਛੁੱਟੀ ਦੇ ਨੇ ਜੀ? ਹਾਂ ਜੀ ਬਾਕੀ ਛੁੱਟੀ ਦੇ ਨੇ, ਬਸ ਤੁਹਾਨੂੰ ਪਤਾ ਕੰਮ ਕਾਰ ਵਾਲੇ ਨੇ ਤੇ ਗੇਮ ਟਾਈਮ ਇਕੱਠੇ ਹੋ ਜਾਂਦੇ, ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ। ਤੈਰੀ ਟਾਈਮ ਮੈਚ ਮੂਚ ਹੋਵੇ ਫਿਰ ਇਕੱਠੇ ਹੋ ਜਾਂਦੇ ਨੇ। ਇਸ ਟਾਈਮ ਤੇ ਫਿਰ ਕੰਮ ਇਸ ਟਾਈਮ ਜ਼ਰਾ ਹਰ ਕੋਈ ਪੱਠਿਆਂ ਨੂੰ ਗਿਆ ਹੈ, ਕੋਈ ਮੁੰਡੇ ਡਿਊਟੀ ਕਰਦੇ ਨੇ ਮੇਲੇ 'ਚ। ਕਿਉਂਕਿ ਮੇਰੇ ਕੋਲ ਜਿੰਨੇ ਵੀ ਮੁੰਡੇ ਨੇ ਨਾ ਸਾਰੇ ਗਰੀਬ ਘਰਾਣੇ ਨਾਲ ਤਲਕ ਰੱਖਦੇ ਨੇ। ਕੋਈ ਐਸਾ ਬੱਚਾ ਨਹੀਂ ਹੈ ਵੀ ਜਿਹਦਾ ਘਰੋਂ ਤਕੜਾ ਹੋਵੇ ਔਰ ਉਹ ਕੱਲੀ ਕਬੱਡੀ ਖੇਡੇ। ਇਹਨਾਂ 'ਚ ਕੱਲੀ ਕਬੱਡੀ ਵਾਲਾ ਕੋਈ ਨਹੀਂ ਹੈ, ਨਾਲ ਕੰਮਕਾਰ ਵੀ ਨੇ, ਨਾਲ ਕਬੱਡੀ ਵੀ ਹੈ, ਮਾਲ ਡੰਗਰ। ਕੋਈ ਮੁੰਡੇ ਨਾਲ ਮਿਲ 'ਚ ਡਿਊਟੀ ਕਰਦੇ ਨੇ, ਸਾਡੇ ਕੋਲ ਮਿਲ ਨੇ ਇੱਥੇ। ਮਾਸ਼ਾਅੱਲਾ ਦੇਖੋ ਤੁਸੀਂ ਮੁੰਡੇ ਗੇਮ ਕਰਦੇ ਪਏ ਆ ਸਾਰੇ ਆਪਣੇ ਆਪਣੇ ਸਟਾਈਲ ਦੇ ਮੁਤਾਬਿਕ। ਔਰ ਜਿਹੜਾ ਵਾ ਬੜੀ ਤਰੀਕੇ ਦੇ ਨਾਲ ਗੇਮ ਕਰਦੇ ਪਏ ਜੀ। ਮਾਸ਼ਾਅੱਲਾ ਪੂਰੀ ਫਿਟਨੈਸ ਜਿਹੜੀ ਆ ਮੁੰਡੇ ਕਰਦੇ ਹੋਏ ਆ। ਆ ਤੁਸੀਂ ਦੇਖ ਰਹੇ ਆ। ਅੱਛਾ ਮੈਂ ਨਾ ਜੀ ਇਹਨਾਂ ਦੇ ਬਾਰੇ ਸੁਣਿਆ ਉਸਤਾਦ ਜੀ, ਆ ਜੰਪ ਜਿਹੜਾ ਨਾ ਜੀ ਪੂਰਾ ਫਿੱਟ ਮੁੰਡਾ ਲਾ ਸਕਦਾ ਜੀ, ਇਹ ਗੱਲ ਬਿਲਕੁਲ ਠੀਕ ਆ ਉਸਤਾਦ ਜੀ? ਬਿਲਕੁਲ ਠੀਕ ਹੈ ਜੀ। ਇਹਦੇ ਸਾਡਾ ਜਿਹੜਾ ਗੋਰਾ ਕਬੱਡਰ ਹੈ ਜੀ ਉਹ ਪੂਰਾ ਫਿੱਟ ਹੈ, ਉਹ ਪੂਰੀ ਤਿਆਰੀ ਮਾਰ ਰਿਹਾ ਹੈ। ਬਾਕੀ ਮੁੰਡੇ ਕੁਛ ਨੇ ਥੋੜੇ ਜਿਹੇ ਨਹੀਂ ਤਿਆਰੀ ਲਾ ਰਹੇ, ਘਰੇਲੂ ਹਾਲਾਤ ਦੀ ਵਜ੍ਹਾ ਨਾਲ, ਕੰਮਕਾਰ ਦੀ ਵਜ੍ਹਾ ਨਾਲ ਥੋੜਾ ਟਾਈਮ ਨਹੀਂ ਦੇ ਰਹੇ। ਚਲੋ ਮਿਹਰਬਾਨੀ ਉਸਤਾਦ। ਹਾਂਜੀ ਲਓ ਜੀ ਤੁਸੀਂ ਜਿੱਦਾਂ ਦੇਖ ਰਹੇ ਕਿ ਮੁਖਤਲਿਫ ਤਰੀਕਿਆਂ ਦੇ ਨਾਲ ਮੁੰਡੇ ਐਕਸਰਸਾਈਜ਼ ਕਰਦੇ ਹੋਏ। ਅਸਲਾਮ ਵਾਲੇਕੁਮ ਉਸਤਾਦ ਜੀ। ਉਸਤਾਦ ਜੀ ਦਰਅਸਲ ਬਾਰ-ਬਾਰ ਅਸੀਂ ਤੁਹਾਨੂੰ ਵੀਡੀਓ 'ਚ ਹੀ ਲੈ ਰਹੇ ਹਾਂ। ਇਹ ਪੇਟ ਦੀ ਐਕਸਰਸਾਈਜ਼ ਮੈਨੂੰ ਲੱਗਦੀ ਪਈ ਹੈ ਜੀ? ਇਹ ਪੇਟ ਦੀ ਐਕਸਰਸਾਈਜ਼ ਹੈ ਜੀ। ਤੇ ਇਹਦਾ ਕੀ ਤਰੀਕਾ ਕਰ ਰਹਾ ਤੇ ਉਸਤਾਦ ਜੀ, ਅਗਰ ਕੋਈ ਬੰਦਾ ਪੇਟ ਨੂੰ ਕੰਟਰੋਲ ਕਰਨਾ ਚਾਹਵੇ ਤਾਂ ਕਿੰਨੇ ਕੁ ਦਿਨ ਦਾ ਇਹ ਸੈਟਅਪ ਜਿਹੜਾ ਵਾ ਹੈਗਾ? ਕਿਵੇਂ ਜੀ 15 ਕੁ ਦਿਨਾਂ ਦਾ ਸੈਟਅਪ ਹੈ ਜੀ। 15 ਕੁ ਦਿਨਾਂ ਦਾ ਸੈਟਅਪ ਹੈ ਜਨਾਬ ਇਹ, ਤੇ 3 ਕੁ ਸੈਟ ਦੇ ਲਾਵੇ ਜੀ 15 ਦਿਨ, ਤੇ ਪੇਟ ਇਨਸ਼ਾਅੱਲਾ ਕੰਟਰੋਲ ਹੋ ਜਾਏਗਾ ਜੀ। ਚਲੋ ਬੜੀ ਮਿਹਰਬਾਨੀ। ਅੱਜ ਜਿੱਦਾਂ ਕਿ ਤੁਸੀਂ ਦੇਖ ਰਹੇ ਕਿ ਮੁੰਡੇ ਆਪਣੇ ਆਪ ਨੂੰ ਗੇਮ ਨੂੰ ਪੂਰੇ ਤਰੀਕੇ ਨਾਲ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਸਮ ਨੂੰ ਵਾਰਮ ਅਪ ਕਰ ਰਹੇ ਮੁਖਤਲਿਫ ਤਰੀਕਿਆਂ ਨਾਲ।